ਫਾਸਟਵੇ ਦੇ ਦਰਸ਼ਕਾਂ ਦੇ ਲਈ ਇੱਕ ਵਾਰ ਫਿਰ ਲੜੀਵਾਰ ਪ੍ਰੋਗਰਾਮ ਫਰੰਟ ਲਾਈਨਰਸ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਅੰਮ੍ਰਿਤਸਰ ਤਰਨਤਾਰਨ ਦੇ ADFO ਅਸਿਸਟੈਂਟ ਡਿਵੀਜ਼ਨਲ ਫਾਇਰ ਆਫਿਸਰ ਸ਼੍ਰੀ ਲਵਪ੍ਰੀਤ ਬਲੀਨਾ ਜੀ ਸਾਡੇ ਨਾਲ ਉਪਸਥਿਤ ਨੇ। ਸਰ, ਤੁਹਾਡਾ ਫਾਸਟਵੇ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਬਹੁਤ-ਬਹੁਤ ਮਿਹਰਬਾਨੀ। ਫਾਸਟਵੇ ਦੇ ਦਰਸ਼ਕਾਂ ਨੂੰ ਮੈਂ ਦੱਸਦਾ ਚਲਾਂ ਕਿ ਅਗਨੀਸ਼ਾਮਕ ਦਲ ਫਾਇਰ ਬ੍ਰਿਗੇਡ ਇਹ ਪ੍ਰਾਚੀਨ ਕਾਲ ਤੋਂ ਸਭ ਤੋਂ ਪਹਿਲੇ ਸਾਨੂੰ ਰੋਮ ਦੇ ਵਿੱਚ ਇਹਦੀ ਉਪਸਥਿਤੀ 24 BC ਦੇ ਵਿੱਚ ਮਿਲਦੀ ਹੈ, ਜਦੋਂ 600 ਗੁਲਾਮਾਂ ਦਾ ਇੱਕ ਦਸਤਾ ਬਾਲਟੀਆਂ ਤੇ ਚੇਨਾਂ ਦੇ ਨਾਲ ਤਿਆਰ ਕੀਤਾ ਗਿਆ ਜੋ ਫਾਇਰ ਬੁਝਾਉਣ ਦਾ ਕੰਮ ਕਰਦਾ ਸੀ। ਭਾਰਤ ਦੇ ਵਿੱਚ 1803 ਬੰਬੇ ਦੇ ਵਿੱਚ ਅੱਗ ਲੱਗਣ ਦੇ ਬਾਅਦ ਇਸ ਦੀ ਸਥਾਪਨਾ ਕੀਤੀ ਗਈ। ਉਸ ਤੋਂ ਬਾਅਦ ਕੈਲਕਟਾ 1822 ਦੇ ਵਿੱਚ, ਫਿਰ ਸ਼੍ਰੀਨਗਰ 1893, ਦਿੱਲੀ 1896 ਅਤੇ ਮਦਰਾਸ 1908 ਦੇ ਵਿੱਚ ਇਸ ਫਾਇਰ ਬ੍ਰਿਗੇਡ ਦੀ ਸਥਾਪਨਾ ਕੀਤੀ ਗਈ। ਆਜ਼ਾਦੀ ਦੇ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ, ਦੋ ਲੜਾਈਆਂ 1962 ਤੇ 1965 ਦੀ ਚਾਈਨਾ ਪਾਕਿਸਤਾਨ ਦੇ ਨਾਲ ਵਾਰ ਨੇ ਸਰਕਾਰ ਨੂੰ ਅਹਿਸਾਸ ਕਰਾਇਆ ਕਿ ਸਾਡੇ ਕੋਲ ਸਾਧਨ ਦੀ ਕਮੀ ਹੈ, ਅਸੀਂ ਇਸ ਤਰ੍ਹਾਂ ਵਿਸਤ੍ਰਿਤ ਇਸ ਦੀ ਸਥਾਪਨਾ ਨਹੀਂ ਕਰ ਸਕਦੇ, ਲੇਕਿਨ ਸਿਵਲ ਡਿਫੈਂਸ ਸਰਵਿਸਿਜ਼ ਲੋਕਾਂ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ। 1968 ਵਿੱਚ ਸਿਵਲ ਡਿਫੈਂਸ ਐਕਟ ਪਾਸ ਕੀਤਾ ਗਿਆ। ਇਸ ਐਕਟ ਦੇ ਰਾਹੀਂ ਸਿਵਲ ਡਿਫੈਂਸ ਕਾਰਪਸ ਦੀ ਸਕੂਲਾਂ ਦੇ ਵਿੱਚ ਸਥਾਪਨਾ ਕੀਤੀ ਗਈ। ਆਪਾਤਕਾਲ ਦੇ ਵਿੱਚ ਬੱਚੇ ਕਿਸ ਪ੍ਰਕਾਰ ਆਪਣੇ ਆਪ ਦੀ ਰੱਖਿਆ ਕਰ ਸਕਦੇ ਨੇ, ਅਗਰ ਕੋਈ ਜ਼ਖਮੀ ਹੋ ਜਾਂਦਾ ਉਹਨੂੰ ਫਸਟ ਏਡ ਕਿਸ ਤਰ੍ਹਾਂ ਦੇ ਸਕਦੇ ਨੇ, ਅਗਰ ਅੱਗ ਲੱਗ ਜਾਂਦੀ ਹੈ ਤਾਂ ਕਿਸ ਪ੍ਰਕਾਰ ਉਸ ਨੂੰ ਬੁਝਾਇਆ ਜਾ ਸਕਦਾ ਔਰ ਆਪਣੇ ਸਾਥੀਆਂ ਨੂੰ ਬਚਾਇਆ ਜਾ ਸਕਦਾ ਹੈ, ਇਸ ਪ੍ਰਕਾਰ ਦੀ ਸੁਵਿਧਾ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਗਈ। ਲੇਕਿਨ ਅੱਜ ਫਾਇਰ ਬ੍ਰਿਗੇਡ ਇੱਕ ਵਿਸਤ੍ਰਿਤ ਰੂਪ ਧਾਰਨ ਕਰ ਚੁੱਕਾ ਹੈ। ਆਓ ਇਸ ਦੇ ਬਾਰੇ ਜਾਣਕਾਰੀ ਲਵਪ੍ਰੀਤ ਸਿੰਘ ਜੀ ਕੋਲੋਂ ਲਈਏ। ਲਵਪ੍ਰੀਤ ਸਿੰਘ ਜੀ, ਸਭ ਤੋਂ ਪਹਿਲਾਂ ਸਾਡਾ ਤੁਹਾਡੇ ਲਈ ਸਵਾਲ, ਕੋਵਿਡ ਦੇ ਦੌਰਾਨ ਕਿਸ ਪ੍ਰਕਾਰ ਤੁਸੀਂ ਫਾਇਰ ਬ੍ਰਿਗੇਡ ਨੂੰ ਸਿਵਲ ਡਿਫੈਂਸ ਦੇ ਵਿੱਚ ਵਰਤਿਆ? ਜਦੋਂ ਕੋਵਿਡ ਪੂਰੇ ਵਰਲਡ ਦੇ ਵਿੱਚ ਇੱਕ ਬੜੇ ਭਿਆਨਕ ਰੂਪ ਦੇ ਵਿੱਚ ਆਇਆ ਤੇ ਇਸ ਸ਼ਹਿਰ ਦੇ ਵਿੱਚ ਸਾਡੀ ਡਿਊਟੀ ਸੀ ਤੇ ਮੈਨੂੰ ਇੱਥੇ ਐਜ਼ ਏ ਅਸਿਸਟੈਂਟ ਡਿਵੀਜ਼ਨਲ ਫਾਇਰ ਆਫੀਸਰ ਲਗਾਇਆ ਗਿਆ ਗਵਰਨਮੈਂਟ ਵੱਲੋਂ। ਤੇ ਉਸ ਸਮੇਂ ਤੇ ਸਾਡੇ ਮਾਨਯੋਗ ਮੇਅਰ ਸਾਹਿਬ ਸਰਦਾਰ ਕਰਮਜੀਤ ਸਿੰਘ ਰਿੰਟੂ, ਸਾਡੇ ਕਮਿਸ਼ਨਰ ਮੈਡਮ, ਮਾਨਯੋਗ ਸਾਡੇ HOD ਫਾਇਰ ਸ਼੍ਰੀ ਸੰਦੀਪ ਰਿਸ਼ੀ ਜੀ ਵੱਲੋਂ ਇੱਕ ਟੀਮ ਗਠਿਤ ਕੀਤੀ ਗਈ ਤੇ ਇੱਕ ਵੱਡੀ ਸੋਚ ਦੇ ਨਾਲ ਉਹਨਾਂ ਨੇ ਇਹ ਦੇਖਿਆ ਵੀ ਕੋਵਿਡ ਦੇ ਉੱਤੇ ਕੰਟਰੋਲ ਸੈਨੀਟਾਈਜੇਸ਼ਨ ਨਾਲ ਬਹੁਤ ਵੱਡੇ ਪੱਧਰ 'ਤੇ ਕੀਤਾ ਜਾ ਸਕਦਾ ਹੈ। ਉਸ ਦੇ ਵਿੱਚ ਉਹਨਾਂ ਨੇ ਵੇਖਿਆ ਵੀ ਇਮੀਡੀਏਟ ਅਸੀਂ ਜੇ ਕੋਈ ਵੀ ਪ੍ਰੋਜੈਕਟ ਲੈਂਦੇ ਤੇ ਇੰਨਾ ਫਾਸਟਲੀ ਨਹੀਂ ਸੀ ਹੋਣਾ। ਇਮੀਡੀਏਟ ਕੋਵਿਡ ਤੋਂ ਇਹਨੂੰ ਕਿਸ ਤਰ੍ਹਾਂ ਰੋਕਿਆ ਜਾਵੇ, ਕੋਵਿਡ ਨੂੰ, ਤੇ ਉਹਦੀ ਸੈਨੀਟਾਈਜੇਸ਼ਨ ਪੂਰੇ ਸ਼ਹਿਰ 'ਚ ਕਿਸ ਤਰ੍ਹਾਂ ਕੀਤੀ ਜਾਵੇ, ਉਸ ਨੂੰ ਫਿਰ ਉਹਨਾਂ ਨੇ ਸਾਡੇ ਨਾਲ ਇੱਕ ਦੋ ਮੀਟਿੰਗਸ ਤੋਂ ਬਾਅਦ ਇਹ ਫਾਈਨਲਾਈਜ਼ ਹੋਇਆ ਵੀ ਕੋਵਿਡ ਨੂੰ ਫਾਇਰ ਸਰਵਿਸ ਜਿਹੜੀ ਹੈ ਉਹਦੇ ਨਾਲ ਇਹਨੂੰ ਸੈਨੀਟਾਈਜੇਸ਼ਨ ਕੀਤਾ ਜਾਏ ਸਾਰੇ ਸ਼ਹਿਰ ਨੂੰ। ਪ੍ਰੋਜੈਕਟ ਸ਼ੁਰੂ ਹੋ ਗਿਆ। ਮਾਨਯੋਗ ਸਾਡੇ ਸਰਦਾਰ ਗੁਰਜੀਤ ਸਿੰਘ ਜੀ ਔਜਲਾ MP ਸਾਹਿਬ, ਚੇਅਰਮੈਨ ਇੰਪਰੂਵਮੈਂਟ ਟਰਸਟ ਦਿਨੇਸ਼ ਬੱਸੀ ਹੋਣੀ ਤੇ ਸਾਰੀ ਟੀਮ ਨਾਲ ਰਲ ਕੇ ਇਹਨਾਂ ਨੇ ਇਸ ਚੀਜ਼ ਨੂੰ ਸ਼ਹਿਰ ਦੇ ਵਿੱਚ ਤੋਰਿਆ ਸੈਨੀਟਾਈਜੇਸ਼ਨ ਕਰਨ ਵਾਸਤੇ। ਜਦੋਂ ਸੈਨੀਟਾਈਜੇਸ਼ਨ ਸ਼ੁਰੂ ਹੋ ਗਈ, ਸਟਾਰਟਿੰਗ ਸੈਨੀਟਾਈਜੇਸ਼ਨ ਤੁਸੀਂ ਕਿਸ ਤਰ੍ਹਾਂ ਕੀਤੀ? ਸੈਨੀਟਾਈਜੇਸ਼ਨ ਅਸੀਂ ਸਭ ਤੋਂ ਪਹਿਲਾਂ ਗੱਡੀਆਂ ਨੇ ਆਪਣੀਆਂ, ਸਾਡੇ ਕੋਲ 12 ਗੱਡੀਆਂ ਨੇ, ਵਾਟਰ ਟੈਂਡਰਸ ਨੇ, ਫਾਇਰ ਜੀਪਸ ਨੇ ਸਾਡੀਆਂ 4, ਅਸੀਂ ਉਹਨਾਂ ਨੂੰ ਲਿਆ ਨਾਲ ਆਪਣੇ ਸਾਰੇ ਸਟਾਫ ਦੇ ਨਾਲ ਮੀਟਿੰਗ। ਨਹੀਂ, ਕੀ ਤੁਸੀਂ ਗੱਡੀਆਂ ਦੇ ਵਿੱਚ ਦਵਾਈ ਪਾਈ? ਜੀ ਹਾਂਜੀ, ਅਸੀਂ ਗੱਡੀਆਂ ਦੇ ਟੈਂਕਸ ਦੇ ਵਿੱਚ ਪਾਣੀ ਦੇ ਨਾਲ ਮਿਕਸ ਕੀਤੀ ਦਵਾਈ ਤੇ ਉਹਨੂੰ ਸ਼ਹਿਰ ਦੇ ਵਿੱਚ ਛਿੜਕਾਉਣਾ ਸ਼ੁਰੂ ਕੀਤਾ ਘਰ ਘਰ ਜਾ ਕੇ। ਉਹਦੇ ਨਾਲ ਕੀ ਹੋਇਆ, ਜਦੋਂ ਪ੍ਰੋਜੈਕਟ ਸ਼ੁਰੂ ਹੋਇਆ ਤੇ ਬੜਾ ਸਾਨੂੰ ਈਜ਼ੀ ਪ੍ਰੋਜੈਕਟ ਲੱਗਦਾ ਸੀ। ਜਿਉਂ ਇਹ ਪ੍ਰੋਜੈਕਟ 1-2 ਦਿਨ ਵਧਿਆ ਤੇ ਸਾਰੇ ਸ਼ਹਿਰ ਦੇ ਵਿੱਚ ਇਹ ਗੱਲ ਮਤਲਬ ਲੋਕਾਂ ਦੇ ਮਨ 'ਚ ਆ ਗਈ ਵੀ ਸੈਨੀਟਾਈਜੇਸ਼ਨ ਹੋਏਗਾ ਤੇ ਸਾਡਾ ਕੋਵਿਡ ਤੋਂ ਬਚਾਅ ਹੋਏਗਾ। ਉਸ ਤੋਂ ਬਾਅਦ ਮਾਹੌਲ ਇੱਦਾਂ ਦਾ ਆ ਗਿਆ ਵੀ ਰਾਤ ਦਿਨ ਸਾਨੂੰ ਫੋਨਸ, ਜਿਹਦਾ ਕੋਈ ਕੰਟੈਕਟ ਸੀ ਮਾਨਯੋਗ ਮੇਅਰ ਸਾਹਿਬ ਨੂੰ, ਸਾਰੇ ਸ਼ਹਿਰ ਦੇ ਜਿਹੜੇ ਆਪਣੇ ਨੁਮਾਇੰਦੇ ਨੇ, ਜਿਹੜੇ ਰਾਜਨੀਤਿਕ ਜਾਂ ਐਡਮਿਨਿਸਟ੍ਰੇਟਿਵ ਆਫੀਸਰਸ ਨੇ, ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਗਿਆ ਵੀ ਹਰ ਬੰਦੇ ਨੂੰ ਇਹ ਲੱਗਦਾ ਸੀ ਵੀ ਮੇਰੇ ਘਰ ਦੇ ਬਾਹਰ ਜੇ ਸੈਨੀਟਾਈਜੇਸ਼ਨ ਹੋ ਜਾਏਗੀ ਤੇ ਮੈਂ ਉਸ ਚੀਜ਼ ਤੋਂ ਬਚਾ ਰਹੇਗਾ, ਮੇਰਾ ਕੋਵਿਡ ਤੋਂ ਬਚਾ ਰਹੇਗਾ। ਤੇ ਇਹਦੇ 'ਚ ਸੱਚਾਈ ਵੀ ਬਹੁਤ ਜ਼ਿਆਦਾ ਸੀ। ਇਹ ਆ ਵੀ ਪੰਜਾਬ 'ਚ ਅਸੀਂ ਜਦੋਂ ਇਹ ਸ਼ੁਰੂ ਕੀਤਾ ਤੇ ਉਹ ਜਿਉਂ-ਜਿਉਂ ਚੱਲਦਾ ਗਿਆ ਸਾਰੇ ਪੰਜਾਬ 'ਚ ਇਹਨੇ ਇਸ ਚੀਜ਼ ਦਾ ਰੂਪ ਲਿਆ ਵੀ ਸਾਰੇ ਪੰਜਾਬ ਫਾਇਰ ਸਰਵਿਸ ਜਿਹੜੀ ਆ ਉਹਨੂੰ ਵੱਖ-ਵੱਖ ਐਡਮਿਨਿਸਟ੍ਰੇਟਰਸ ਨੇ ਨਾਲ ਲਗਾ ਕੇ ਹਰ ਸ਼ਹਿਰ ਦੇ ਵਿੱਚ ਇਹਦੀ ਸੈਨੀਟਾਈਜੇਸ਼ਨ ਕੀਤੀ, ਜਿਸ 'ਚ ਅਸੀਂ
ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਟੀਮ ਦੇ ਨਾਲ ਰਲ ਕੇ ਤੇ ਅਸੀਂ ਹਰਿਮੰਦਰ ਸਾਹਿਬ ਦੀ ਸੈਨੀਟਾਈਜੇਸ਼ਨ ਕੀਤੀ, ਸਾਰੀ ਵੱਖ-ਵੱਖ ਧਾਰਮਿਕ ਸਥਾਨਾਂ ਦੀ ਕੀਤੀ, ਜਿੰਨੇ ਗੁਰਦੁਆਰਾ ਸਾਹਿਬ, ਮੰਦਿਰ, ਸ਼ਹਿਰ ਦੇ ਸਾਰੇ ਇਲਾਕਿਆਂ ਦੀ। ਹਿੰਮਤ ਨਹੀਂ ਅਸੀਂ ਹਾਰੀ। ਤੁਸੀਂ ਇਹ ਦੇਖੋ, ਇਹ ਦਿਨ ਇੱਦਾਂ ਦੇ ਸੀ ਵੀ ਮੈਂ ਜਦੋਂ ਆਪਣੇ ਘਰੋਂ ਨਿਕਲਦਾ ਸੀ ਤੇ ਖਾਲੀ ਸੜਕਾਂ ਸਨ, ਬਿਲਕੁਲ। ਆਫਿਸ ਜਾਣਾ ਤੇ ਸਾਰਾ ਖਾਲੀ। ਆਪਣੇ ਉੱਥੇ ਇਹ ਦੇਖਣਾ ਵੀ ਜੇ ਅਸੀਂ ਪਿੱਛੇ ਹਟ ਗਏ, ਮੇਰੇ ਮਾਨਯੋਗ ਕਮਿਸ਼ਨਰ ਸਾਹਿਬ ਹਰ ਵੇਲੇ ਮੈਂ ਦੇਖਿਆ ਵੀ ਉਹਨਾਂ ਨੇ ਹਰ ਵੇਲੇ ਡਿਊਟੀ ਨਿਭਾਈ ਆ। ਮੇਅਰ ਸਾਹਿਬ ਨੇ, ਭਾਵੇਂ ਅਸੀਂ ਰਾਤ ਦਿਨ ਫੋਨ ਕਰਦੇ ਰਹੇ ਹਾਂ, ਸਾਨੂੰ ਬੈਕਅਪ ਬਹੁਤ ਜ਼ਬਰਦਸਤ ਮਿਲਿਆ ਉਹਨਾਂ ਵੱਲੋਂ ਵੀ ਜੇ ਕੋਈ ਮੁਸ਼ਕਿਲ ਆਉਂਦੀ ਸੀ ਤੇ ਉਹ ਕਵਰ ਕਰਦੇ ਸੀ ਤੇ ਉਹ ਹਰ ਵੇਲੇ ਸਾਡੇ ਨਾਲ ਰਹੇ। ਸ਼੍ਰੀ ਨਤੀਸ਼ ਸਿੰਘਲਾ ਜੀ ਸਾਡੇ ਜੁਆਇੰਟ ਕਮਿਸ਼ਨਰ ਹੁੰਦੇ ਸੀ, ਉਹ ਵੀ ਨਾਲ ਰਹੇ ਟੀਮ ਦੇ ਵਿੱਚ। ਬਹੁਤ ਵਧੀਆ ਟੀਮ ਸੀ। ਅਸੀਂ ਕੰਮ ਸ਼ੁਰੂ ਕੀਤਾ। ਉਹਦੇ 'ਚ ਇਹ ਵੀ ਜਦੋਂ ਮੈਂ ਜਾ ਕੇ ਬੈਠਦਾ ਸੀ, ਮੈਨੂੰ ਇਹੀ ਗੱਲ ਸੀ ਵੀ ਜੇ ਮੈਂ ਅੱਜ ਆਪਣੇ ਘਰ ਬਹਿ ਗਿਆ ਲੋਕਡਾਊਨ ਦੇ ਵਿੱਚ ਤੇ ਮੇਰੀ ਜਿਹੜੀ ਟੀਮ ਹੈ ਪਿੱਛੋਂ, ਉਹਨਾਂ ਦਾ ਮੋਰਾਲ ਡਾਊਨ ਹੋ ਜਾਏਗਾ। ਜੇ ਉਹਨਾਂ ਦਾ ਮੋਰਾਲ ਡਾਊਨ ਹੋ ਗਿਆ, ਕਿਉਂਕਿ ਇਨ ਬਿਟਵੀਨ ਸਾਡੇ ਕਈ ਬੰਦਿਆਂ ਨੂੰ ਕੋਵਿਡ ਹੋ ਗਿਆ, ਤੁਹਾਨੂੰ ਪਤਾ ਹੀ ਹੈ ਟਾਈਮ ਇੱਦਾਂ ਦਾ, ਫਿਰ ਇਹਦੇ ਨਾਲ ਸਭ ਤੋਂ ਵੱਡੀ ਦਵਾਈ ਦੇ ਨਾਲ ਸਾਡੀ ਜਿਹੜੀ ਯੂਨੀਫਾਰਮ ਵਗੈਰਾ ਜਾਂ ਕੋਈ ਕੱਪੜੇ ਜਿਹੜੇ ਵੀ ਅਸੀਂ ਪਾਣੇ ਉਹ ਖਰਾਬ ਹੋ ਜਾਣੇ। ਕਿ ਤੁਹਾਨੂੰ ਪੀਪੀ ਕਿਟ ਵਗੈਰਾ ਨਹੀਂ ਸੀ ਦਿੱਤੀ ਗਈ? ਸਾਨੂੰ ਪੀਪੀ ਕਿਟਸ ਦਿੱਤੀਆਂ ਗਈਆਂ ਸੀ, ਪਰ ਉਹਦੇ ਨਾਲ ਕੰਮ ਕਰਨਾ ਬੜਾ, ਜਿੱਦਾਂ ਹੁਣ ਇੱਕ ਇੰਪਲੋਈ ਨੂੰ ਆਦਤ ਹੁੰਦੀ ਆਪਣੀ ਯੂਨੀਫਾਰਮ 'ਚ ਕੰਮ ਕਰਨ ਦੀ, ਉਹਨੂੰ ਪੀਪੀ ਕਿਟ 'ਚ ਕੰਮ ਕਰਨ ਦੀ ਨਹੀਂ ਆਦਤ ਹੁੰਦੀ। ਫਿਰ ਥੋੜ੍ਹੇ ਦਿਨਾਂ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਨਹੀਂ, ਤੁਹਾਡੀਆਂ ਯੂਨੀਫਾਰਮਸ ਖਰਾਬ ਹੋ ਰਹੀਆਂ, ਤੁਸੀਂ ਪੀਪੀ ਕਿਟਸ ਯੂਜ਼ ਕਰੋ। ਸਾਨੂੰ ਸਟਾਰਟਿੰਗ 'ਤੇ ਹੀ ਕਾਰਪੋਰੇਸ਼ਨ ਵੱਲੋਂ ਬਹੁਤ ਹੈਲਪ ਹੋਈ ਆ। ਸਾਨੂੰ ਗਲਵਜ਼, ਗਮ ਬੂਟਸ, ਪੀਪੀ ਕਿਟਸ, ਐਵਰੀਥਿੰਗ, ਜੋ ਚੀਜ਼ ਅਸੀਂ ਮੰਗਦੇ ਰਹੇ ਹਾਂ ਸਾਨੂੰ ਉਸੇ ਵੇਲੇ ਮਿਲਦੀ ਰਹੀ ਆ। ਸਾਡੀ ਕੋਈ ਗੱਡੀ ਖਰਾਬ ਹੋਣੀ ਜਾਂ ਕੋਈ ਕੰਮ ਹੋਣਾ, ਉਹ ਤੁਸੀਂ ਦੇਖੋ ਇਸ ਦੌਰਾਨ ਉਹ ਦਿਨ ਹੈਗੇ ਸੀ ਫਾਇਰਸ ਦੇ, ਬਿਕੋਜ਼ ਇਹਨਾਂ ਦਿਨਾਂ 'ਚ ਗਰਮੀ ਬਹੁਤ ਸੀ, ਫਾਇਰਸ ਬਹੁਤ ਜ਼ਿਆਦਾ ਲੱਗੀਆਂ। ਅਸੀਂ ਨਾਲ ਆਪਣੀ ਟੀਮ ਨੂੰ ਫਾਇਰਸ ਵਾਸਤੇ, ਰੈਸਕਿਊ ਵਾਸਤੇ ਵੀ ਰਾਤ ਦਿਨ, ਮੈਂ ਅੱਜ ਧੰਨਵਾਦੀ ਹਾਂ ਜਿੱਥੇ ਆਪਣੇ ਉੱਚ ਅਧਿਕਾਰੀਆਂ ਦਾ, ਉੱਥੇ ਸਭ ਤੋਂ ਜ਼ਿਆਦਾ ਮੈਂ ਨਿਮਨ ਕਰਦਾ, ਸਲੂਟ ਕਰਦਾ ਮੈਂ ਆਪਣੇ ਫਾਇਰ ਆਫੀਸਰਸ ਨੂੰ, ਫਾਇਰਮੈਨਸ ਨੂੰ ਤੇ ਆਪਣੀ ਟੀਮ ਨੂੰ, ਕਿਉਂਕਿ ਉਹਨਾਂ ਨੇ, ਅਸੀਂ ਫੇਰ ਕਿਤੇ ਦਫ਼ਤਰ ਬੈਠ ਗਏ ਹੋਵਾਂਗੇ, ਉਹਨਾਂ ਨੇ ਇੱਕ ਦਿਨ, ਇੱਕ ਪਲ, ਰਾਤ ਦਿਨ, 24 ਘੰਟੇ ਸ਼ਹਿਰ ਦੀ ਸੇਵਾ 'ਚ ਉਹਨਾਂ ਨੇ ਦਿੱਤਾ। ਆਪਣੇ ਪਰਿਵਾਰ ਤੋਂ ਪਰੇ ਰਹਿ ਕੇ ਉਹਨਾਂ ਨੇ ਰਾਤ ਦਿਨ ਉੱਥੇ ਸੌਂਦੇ ਰਹੇ ਆ। ਉਹ ਗਏ ਨਹੀਂ ਆਪਣੇ ਘਰਾਂ 'ਚ ਵੀ ਜੇ ਅਸੀਂ ਘਰ ਚਲੇ ਜਾਵਾਂਗੇ ਕਿਤੇ ਸਾਡੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਆ ਜਾਏ। ਮੇਰੇ ਫਾਇਰਮੈਨਸ ਜਿਹੜੇ ਨੇ, ਮੇਰੇ ਡਰਾਈਵਰਸ, ਲੀਡਿੰਗ ਫਾਇਰਮੈਨ, ਸਬ ਫਾਇਰ ਆਫੀਸਰਸ ਤੇ ਮੇਰੇ ਲਵਪ੍ਰੀਤ ਜੀ, ਇੱਕ ਮਿੰਟ ਲਈ ਮੈਂ ਤੁਹਾਨੂੰ ਰੋਕ ਲਿਆ, ਕਿਉਂਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਸਮਾਂ ਐਸਾ ਸੀਗਾ ਕਿ ਬੰਦਾ ਆਪਣੀ ਪਰਛਾਵੇਂ ਤੋਂ ਵੀ ਡਰਦਾ ਸੀ, ਕਿਤੇ ਯਾਰ ਇਹਨੂੰ ਵੀ ਨਾ ਕੋਵਿਡ ਹੋ ਜਾਏ। ਕੀ ਤੁਸੀਂ ਫਿਰ ਇਹ ਡਿਊਟੀ ਕਰਨ ਦੇ ਬਾਅਦ ਘਰ ਜਾਂਦੇ ਸੀ ਕਿ ਆਪਣੇ ਆਪ ਨੂੰ ਆਈਸੋਲੇਟ ਕੀਤਾ ਸੀ? ਇਸ ਤਰ੍ਹਾਂ ਇਹ ਸਵਾਲ ਬੜਾ ਤੁਹਾਡਾ ਪੇਚੀਦਾ ਹੈ। ਦੇਖੋ, ਮਨ ਹਰ ਬੰਦੇ ਦਾ ਕਰਦਾ ਮੈਂ ਘਰ ਜਾਵਾਂ, ਵੀ ਮੇਰੇ ਬੱਚੇ ਨੇ, ਮੈਂ ਆਪਣੇ ਪਰਿਵਾਰ 'ਚ ਰਵਾਂ ਤੇ ਰਿਲੈਕਸ ਹੋਵਾਂ, ਕਿਉਂਕਿ ਟੈਂਸ ਮੂਵਮੈਂਟ ਹੈਗੀ ਸੀ। ਇੱਕ ਭਿਆਨਕ ਰੂਪ ਸੀ ਕੋਵਿਡ ਦਾ। ਟੀਵੀ ਦੇਖਦੇ ਹਾਂ, ਮੋਬਾਈਲ ਦੇਖਦੇ ਹਾਂ ਤੇ ਇੱਕ ਬਹੁਤ ਖਤਰਨਾਕ ਰੂਪ ਦਿਖਦਾ ਸੀ ਉਹਦਾ। ਫਿਰ ਜਦੋਂ ਘਰ ਆਈਦਾ ਸੀ ਤੇ ਇੱਕ ਰੂਮ ਆਪਣਾ ਲਿਆ ਸੀ। ਆਪਣੇ ਘਰਦਿਆਂ ਨੂੰ 15 ਦਿਨ ਤਕਰੀਬਨ ਮੈਂ ਮਿਲਿਆ ਨਹੀਂ, ਬੱਚਿਆਂ ਨੂੰ ਵੀ 15 ਦਿਨ ਇੱਕੋ ਰੂਮ 'ਚ ਮੈਂ ਰਹਿਣਾ, ਉੱਥੇ ਮੇਰੀ ਰੋਟੀ ਆ ਜਾਣੀ। ਕਿਉਂਕਿ ਜੇ ਇਹ ਵਿੱਚੋਂ ਇਹਨਾਂ ਨੂੰ ਵੀ ਤਬੀਅਤ ਖਰਾਬ ਹੋਈ, ਇਹਨਾਂ ਦੀ, ਮੇਰੀ ਵੀ ਹੋਈ, ਜੇ ਅਸੀਂ ਇਹ ਕੰਮ ਕਰਦਾ ਮੈਂ ਵੀ ਮੈਂ ਆਪਣੀ ਫੈਮਿਲੀ ਨਾਲ, ਉਹਨਾਂ ਦੀ ਤਬੀਅਤ ਖਰਾਬ ਹੋ ਜਾਂਦੀ, ਮੇਰਾ ਬਾਹਰ ਕੰਮ ਕਰਨ ਨੂੰ ਜਿਹੜਾ ਹੋ ਸਕਦਾ ਸੀ ਡਾਊਨਫਾਲ ਹੁੰਦਾ, ਉਹਨੂੰ ਰੋਕਣ ਵਾਸਤੇ 15 ਤੋਂ 20 ਦਿਨ ਅਸੀਂ ਸਾਰੀਆਂ ਟੀਮਾਂ ਜਿਹੜੀਆਂ ਨੇ ਇਸ ਤਰ੍ਹਾਂ ਰਹੇ ਹਾਂ ਵੀ ਆਈਸੋਲੇਟ ਤੋਂ ਵੀ ਵੱਧ, ਵੀ ਹੋ ਸਕਿਆ ਵੀ ਆਪਣੇ ਕੱਪੜੇ ਵੀ ਜਿਹੜੇ ਉਹ ਬਾਹਰ, ਤੇ ਕਿਸੇ ਯਾਰ ਦੋਸਤ ਨੂੰ ਨਹੀਂ ਮਿਲਣਾ। ਬਹੁਤ ਟਫੈਸਟ ਮੂਮੈਂਟ ਸੀ, ਪ੍ਰੈਸ਼ਰਾਈਜ਼ ਮੂਮੈਂਟ ਸੀ। ਪਰ ਮੈਂ ਦੱਸਾਂਗਾ ਤੁਹਾਨੂੰ ਵੀ ਸ਼੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਸਦਕਾ ਹੀ ਅਸੀਂ, ਮੈਂ, ਮੇਰੀ ਟੀਮ, ਮੇਰੇ ਉੱਚ ਅਧਿਕਾਰੀ ਜਿਹੜੇ ਆ ਉਹਦੇ 'ਚ ਇਹ ਕਾਮਯਾਬ ਹੋਏ ਨੇ। ਇਹਦੇ 'ਚ ਮੈਂ ਧੰਨਵਾਦ ਕਰਾਂਗਾ ਮਾਨਯੋਗ ਡਾਇਰੈਕਟਰ ਸਾਹਿਬ ਦਾ, ਸੈਕਟਰੀ ਸਾਹਿਬ ਦਾ, ਜਿਨ੍ਹਾਂ ਨੇ ਇਹਦੇ ਵਿੱਚ ਰਾਤ ਦਿਨ, ਜੇ ਸਾਨੂੰ ਕੋਈ ਪ੍ਰੋਬਲਮ ਉੱਪਰ ਵੀ ਆਈ ਹੈ ਚੰਡੀਗੜ੍ਹ ਵੀ, ਉਹਨਾਂ ਨੇ ਠੀਕ ਕੀਤੀ ਹੈ ਤੇ ਸਾਨੂੰ ਪੂਰਾ ਉਹਨਾਂ ਨੇ ਸਾਥ ਦਿੱਤਾ ਵੀ ਇਹਦੇ ਵਿੱਚ ਲੋਕਾਂ ਨੂੰ ਬਚਾਓ। ਸਰ, ਇੱਕ ਸਵਾਲ ਕਿ ਜਿਹੜੇ ਤੁਹਾਡੇ ਇਕਵਿਪਮੈਂਟਸ ਨੇ, ਜਿਹੜੀ ਤੁਹਾਡੀਆਂ ਗੱਡੀਆਂ ਨੇ, ਉਹ ਬਹੁਤ ਵੱਡੀਆਂ ਨੇ। ਮੇਰਾ ਖਿਆਲ ਜਿਹੜੀ ਮਿਨੀਮਮ ਛੋਟੀ ਹੈਗੀ ਹੈ ਉਹ 12 ਫੁੱਟ ਚੌੜੀ ਹੋਣੀ ਹੈ, ਕਿ ਇਸ ਤੋਂ ਘੱਟ ਹੋਏਗੀ, 10-12 ਤੋਂ ਘੱਟ ਦਾ ਟਰੱਕ ਟਾਈਪ ਹੈਗੀਆਂ ਨੇ। ਤੇ ਸਰ, ਸਾਡਾ ਸ਼ਹਿਰ ਜਿਹੜਾ ਹੈ ਉੱਥੇ ਤੇ ਗਲੀਆਂ 3-3 ਫੁੱਟ, 4-4 ਮੋਢੇ ਨਾਲ ਮੋਢਾ ਮਾਰ ਕੇ ਬੰਦਾ ਲੰਘ ਸਕਦਾ, ਉੱਥੇ ਤੁਸੀਂ ਕਿਸ ਤਰ੍ਹਾਂ ਇਹ ਕੰਮ ਕਰਦੇ? ਇਸ ਤਰ੍ਹਾਂ, ਇਸ ਸਵਾਲ ਦੇ ਜਵਾਬ ਨਾਲ ਦੋ ਚੀਜ਼ਾਂ ਜੁੜੀਆਂ ਨੇ। ਪਹਿਲਾਂ ਤੇ ਸਮਾਰਟ ਸਿਟੀ ਦੇ CEO ਸ਼੍ਰੀ ਮੈਡਮ ਸ਼੍ਰੀਮਤੀ ਕੋਮਲ ਮਿੱਤਲ ਜੀ, ਧੰਨਵਾਦ ਕਰਾਂਗਾ ਉਹਨਾਂ ਦਾ। ਵਰਲਡ ਕਲਾਸ ਇਕੁਇਪਮੈਂਟ ਇਨ ਬਿਟਵੀਨ ਕੋਵਿਡ ਆਏ। ਤੁਸੀਂ ਦੇਖੋ, ਜਦੋਂ ਇੱਕ ਚੀਜ਼ ਮੰਗਾਉਣੀ ਔਖੀ ਸੀ, ਵਰਲਡ ਕਲਾਸ ਜਰਮਨ, ਅਮਰੀਕਾ, ਜਾਪਾਨ, ਵਰਲਡ ਦੇ ਬੈਸਟ ਇਕੁਇਪਮੈਂਟ ਸਾਡੇ ਕੋਲ ਆਏ, ਜਿਨ੍ਹਾਂ ਦੀਆਂ ਵੀਡੀਓਜ਼ ਹੈਗੀਆਂ ਨੇ ਵੀ ਅਸੀਂ ਉਹਨਾਂ ਇਕੁਇਪਮੈਂਟਸ ਦੇ ਨਾਲ ਹੀ ਸੈਨੀਟਾਈਜੇਸ਼ਨ ਇੰਨੀ ਫਾਸਟਲੀ ਕਰ ਪਾਏ ਆ। ਨਹੀਂ, ਮਤਲਬ ਇਹ ਗਲੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਮੈਂ ਦੱਸਣ ਲੱਗਾ ਤੁਹਾਨੂੰ,
ਅਸੀਂ ਉਹਨਾਂ ਦੇ ਜਿਹੜੀਆਂ ਸਾਡੀਆਂ ਛੋਟੀਆਂ ਜੀਪਸ ਨੇ, ਫਾਇਰ ਜੀਪਸ, ਉਹਨਾਂ ਦੇ ਪਿੱਛੇ ਸਾਡੇ ਸੈਨੀਟਾਈਜੇਸ਼ਨ ਦੇ ਸਾਡੇ ਛੋਟੀਆਂ ਜੀਪਸ ਜਿਹੜੀਆਂ ਨੇ ਛੋਟੀਆਂ ਗਲੀਆਂ 'ਚ ਚੱਲ ਜਾਂਦੀਆਂ, ਅਸੀਂ ਉਹਨਾਂ ਨੂੰ ਯੂਜ਼ ਕੀਤਾ ਛੋਟੀਆਂ ਗਲੀਆਂ ਦੇ ਵਿੱਚ। ਵੱਡੇ ਵਾਟਰ ਟੈਂਡਰਸ ਨੂੰ ਜਿਹੜਾ ਸ਼ਹਿਰ ਦੇ ਵਾਰ-ਵਾਰ ਮੇਨ ਜਗ੍ਹਾਵਾਂ 'ਤੇ ਯੂਜ਼ ਕੀਤਾ, ਛੋਟੀਆਂ ਜੀਪਸ ਨੂੰ ਯੂਜ਼ ਕੀਤਾ, ਉਹ ਇਕਵਿਪਮੈਂਟਸ ਨੂੰ ਨਾਲ ਯੂਜ਼ ਕੀਤਾ, ਉਹਨਾਂ ਦੇ ਲੱਗਣ ਦੇ ਨਾਲ ਹੀ ਅਸੀਂ ਇਹਦੇ ਵਿੱਚ ਪ੍ਰੈਫਰੇਬਲ ਰਹੇ। ਸਰ ਇੱਕ ਹੋਰ ਮੈਂ ਦੇਖੀ ਹੈ ਕਿ ਮੋਟਰਸਾਈਕਲ ਵੀ ਉਹਨਾਂ ਨੇ ਫਾਇਰ ਬ੍ਰਿਗੇਡ ਦਾ ਬਣਾ ਦਿਆ, ਤਾਂ ਤੁਹਾਡੇ ਕੋਲ ਹੈ ਵਾ ਇਹੋ ਜਿਹੇ ਮੋਟਰਸਾਈਕਲ? ਦੇਖੋ ਸਾਡੇ ਕੋਲ ਪਹਿਲਾਂ 2 ਮੋਟਰਸਾਈਕਲ ਸੀ ਤੇ ਸਾਨੂੰ ਬਾਕੀ ਹੋਰ ਮੋਟਰਸਾਈਕਲ ਮਾਨਯੋਗ ਡਾਇਰੈਕਟਰ ਸਾਹਿਬ ਵੱਲੋਂ ਕੁਛ ਹੀ ਦਿਨ ਹੋਏ ਦਿੱਤੇ ਗਏ ਆ। ਇਹ ਆ ਵੀ ਉਹਨਾਂ ਮੋਟਰਸਾਈਕਲਸ ਨੂੰ ਅਸੀਂ, ਇਹ 10 ਸਾਲ ਪੁਰਾਣੇ ਮੋਟਰਸਾਈਕਲ ਆਏ ਸੀ ਜੀ, ਤੇ ਅਸੀਂ ਇਹਨਾਂ ਨੂੰ ਸਮਾਰਟ ਸਿਟੀ 'ਚ ਇਹਨਾਂ ਦਾ ਸਮਾਨ ਮੰਗਾਇਆ ਜਿਹੜਾ ਕਿ ਇਹਨਾਂ ਨੂੰ ਰੀਫਿਲ ਕਰਦਾ ਹੈ ਦੁਬਾਰਾ। ਤੇ ਅਸੀਂ ਹੁਣ ਇਹਨਾਂ ਨੂੰ ਪਿਛਲੇ ਸਾਲ ਜਦੋਂ ਕੋਵਿਡ ਆਇਆ ਰੀਫਿਲ ਕਰਕੇ ਇਹਨਾਂ ਨੂੰ ਵੀ ਉਹਦੇ ਵਿੱਚ ਯੂਜ਼ ਕੀਤਾ। ਕੋਈ ਚੀਜ਼ ਹੀ ਛੱਡੀ ਨਹੀਂ, ਕਿਉਂਕਿ ਮਤਲਬ ਇਹ ਵੀ ਸਪਰੇਅ ਦੇ ਲਈ ਯੂਜ਼? ਬਿਲਕੁਲ ਜੀ, ਹਰ ਚੀਜ਼ ਸਪਰੇਅ ਲਈ ਯੂਜ਼ ਕੀਤੀ ਗਈ ਹੈ ਤੇ ਸੇਫਟੀ ਲਈ ਵੀ ਨਾਲ। ਕਿਸੇ ਵੇਲੇ ਤਾਂ ਇੱਦਾਂ ਹੋ ਗਿਆ ਵੀ ਸਾਰੀਆਂ ਗੱਡੀਆਂ ਜਾਂ 2-4 ਗੱਡੀਆਂ ਸਪਰੇਅ ਦੇ ਉੱਤੇ ਹੈਗੀਆਂ ਨੇ ਤੇ ਇਨ ਬਿਟਵੀਨ ਕਿਸੇ ਗਲੀ 'ਚ ਅੱਗ ਲੱਗੀ ਤੇ ਅਸੀਂ ਬਾਈਕ ਨੂੰ ਭੇਜ ਦਿੱਤਾ ਵੀ ਤੂੰ ਅੱਗ ਬੁਝਾ ਕੇ ਆ। ਬਹੁਤ ਟਫੈਸਟ ਮੂਮੈਂਟ ਹੁੰਦੀ ਸੀ ਉੱਧਰ, ਮਤਲਬ ਬਹੁਤ ਸਰਕਲਸ ਹੁੰਦੇ ਸੀ। ਕਦੀ ਕਹਿਣਾ ਵੀ ਉੱਥੇ ਡਰਾਈਵਰ ਨਹੀਂ ਆਇਆ ਕਿ ਉਹਨੂੰ ਕੋਵਿਡ ਹੋ ਗਿਆ ਜੀ, ਉਹਦੀ ਤਬੀਅਤ ਖਰਾਬ ਹੋ ਗਈ ਹੈ, ਸਟੇਸ਼ਨ ਬੰਦ ਹੋ ਜਾਣਾ, ਅਸੀਂ ਸੋਚਣਾ ਵੀ ਅੱਜ ਇਹ ਸਟੇਸ਼ਨ ਫਲਾਣੀ ਜਗ੍ਹਾ 'ਤੇ ਜਾਏਗਾ ਸੈਨੀਟਾਈਜੇਸ਼ਨ ਕਰਨ ਲਈ। ਅਤੇ ਉਹ ਮੂਵਮੈਂਟ ਇੱਦਾਂ ਦੀ ਹੋ ਗਈ ਜਦੋਂ 10 ਤੋਂ 15 ਦਿਨ ਹੋਏ, ਇੱਦਾਂ ਲੱਗਣ ਲੱਗ ਪਿਆ ਸੀ ਮੈਨੂੰ ਵੀ 90% ਸਟਾਫ ਥੱਕ ਚੁੱਕਾ ਅਤੇ ਬਿਮਾਰ ਹੋ ਚੁੱਕਾ ਅੰਦਰ ਖਾਤੇ। ਫਿਰ ਵੀ ਮੈਂ ਫਿਰ ਮੀਟਿੰਗ ਕੀਤੀ 15 ਦਿਨਾਂ ਬਾਅਦ ਆਪਣੇ ਸਾਰੇ ਆਫਿਸਰਸ ਨਾਲ, ਮੈਂ ਕਿਹਾ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਅਤੇ ਉਹਨਾਂ ਦਾ ਜਜ਼ਬਾ ਅਤੇ ਹੌਸਲਾ ਦੇਖ ਕੇ ਕਹਿੰਦੇ ਨਹੀਂ ਸਰ, ਅਸੀਂ ਸਾਰਾ ਕੰਮ ਕਰਨ ਨੂੰ ਤਿਆਰ ਹੀ, ਠੀਕ ਹੈਗੇ। ਅਤੇ ਇਹ ਉਸ ਸਟਾਫ ਦੀ ਮੈਂ ਬਹੁਤ ਧੰਨਵਾਦੀ ਕਰਾਂਗਾ ਵੀ ਉਹਨਾਂ ਨੇ ਇਸ ਟਾਈਮ ਦੇ ਵਿੱਚ ਸਾਡੇ ਨਾਲ ਜਿਹੜਾ ਮੋਢੇ ਨਾਲ ਮੋਢਾ ਲਾਇਆ ਸ਼ਹਿਰ ਵਾਸੀਆਂ ਦੀ ਰੱਖਿਆ ਵਾਸਤੇ। ਉਹ ਕਹਿੰਦੇ ਇੱਥੋਂ ਹੀ ਤਨਖਾਹ ਲੈਂਦੇ ਹਾਂ, ਜੇ ਸ਼ਹਿਰ ਦੇ ਲੋਕ ਬਚਣਗੇ ਤਾਂ ਅਸੀਂ ਬਚਾਂਗੇ। ਸਰ ਤੁਸੀਂ ਆਪਣੀ ਲਾਈਫ ਦੇ ਵਿੱਚ 25 ਸਾਲ ਤੁਸੀਂ ਹੋ ਗਏ ਇਸ ਫਾਇਰ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਹੋਏ, ਤੁਹਾਡੇ ਫਾਦਰ ਸਾਹਿਬ ਵੀ ਇਸੇ ਹੀ ਸਰਵਿਸ ਦੇ ਵਿੱਚ ਸਨ? ਹਾਂਜੀ, ਐਕਚੁਅਲੀ ਅਸੀਂ ਬਿਲੋਂਗ ਕਰਦੇ ਹਾਂ ਜਲੰਧਰ ਤੋਂ। ਮੇਰੀ ਜਿਹੜੇ ਦਾਦਾ ਜੀ ਅਤੇ ਫਾਦਰ ਸਾਹਿਬ ਜਲੰਧਰ ਭੋਗਪੁਰ ਪਿੰਡ ਹੈ ਸਾਡਾ, ਹਾਂਜੀ, ਉੱਥੋਂ ਫਿਰ ਉਹਨਾਂ ਨੇ ਇੱਥੇ ਜੁਆਇਨ ਕੀਤਾ ਆ ਕੇ ਅੰਮ੍ਰਿਤਸਰ ਦੇ ਵਿੱਚ। ਉਹ ਐਜ਼ ਏ ADFO ਰਹੇ ਇੱਥੇ, ਅਤੇ ਫਿਰ ਉਹਨਾਂ ਦੀ ਜਦੋਂ ਡੈਥ ਹੋਈ ਉਸ ਤੋਂ ਬਾਅਦ ਮੈਨੂੰ ਜੋਬ ਮਿਲੀ। ਮੇਰੇ ਜਿਹੜੇ ਤਾਇਆ ਜੀ ਉਹ ਕਰਨਲ ਸਨ ਆਰਮੀ ਦੇ ਵਿੱਚ, ਉੱਥੋਂ ਰਿਟਾਇਰ ਹੋਏ ਸਨ। ਫੈਮਿਲੀ ਸਾਡੀ ਕਾਫੀ ਮਤਲਬ ਸਾਰੀ ਆਪਣੀ ਵੈਲ ਸੈਟਲਡ ਆ। ਕੀ ਤੁਹਾਡੀ ਟ੍ਰੇਨਿੰਗ ਵੀ ਹੁੰਦੀ ਹੈ ਕਿਤੇ? ਜੀ ਜੀ, ਨੈਸ਼ਨਲ ਫਾਇਰ ਸਰਵਿਸ ਕਾਲਜ ਨਾਗਪੁਰ ਤੋਂ। ਨਾਗਪੁਰ ਦੇ ਵਿੱਚ ਤੁਹਾਡਾ ਟ੍ਰੇਨਿੰਗ ਸੈਂਟਰ ਹੈ? ਹਾਂਜੀ, ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਟ੍ਰੇਨਿੰਗ ਸੈਂਟਰ ਹੈ ਜੀ, ਜਿੱਥੋਂ ਸਬ ਫਾਇਰ ਆਫਿਸਰ ਕੋਰਸ ਦੇ ਦੌਰਾਨ ਮੈਨੂੰ ਇੰਡੀਆ 'ਚ ਪੰਜਾਬ ਵਾਸਤੇ ਕਿਹੜੇ ਸੰਨ 'ਚ? 2003 ਦੇ ਵਿੱਚ, ਅਤੇ ਮੈਨੂੰ ਗੋਲਡ ਮੈਡਲ ਵੀ ਮਿਲਿਆ ਸੀ ਪੂਰੇ ਇੰਡੀਆ ਦੇ ਵਿੱਚ ਉਹਦੇ 'ਚ। ਬਹੁਤ ਬਹੁਤ ਮੁਬਾਰਕਾਂ ਜੀ। ਜੀ ਜੀ, ਬਹੁਤ ਧੰਨਵਾਦ। ਅਤੇ ਮੇਰੇ ਫਾਦਰ ਸਾਹਿਬ ਨੂੰ ਵੀ ਪ੍ਰੈਜ਼ੀਡੈਂਟ ਅਵਾਰਡ ਮਿਲਿਆ ਸੀ ਆਪਣੀ ਨੌਕਰੀ ਦੇ ਦੌਰਾਨ ਮਾਨਯੋਗ ਗਵਰਨਰ ਸਾਹਿਬ ਵੱਲੋਂ। ਤੁਸੀਂ ਪਿੱਛੇ ਪਿਕਚਰ ਦੇਖ ਹੀ ਹੋਵੇ, ਉਹਨਾਂ ਦੀ ਲੱਗੀ ਹੈ, ਅਤੇ ਉਹਨਾਂ ਨੂੰ ਪ੍ਰੈਜ਼ੀਡੈਂਟ ਅਵਾਰਡ ਗਵਰਨਮੈਂਟ ਆਫ ਇੰਡੀਆ ਵੱਲੋਂ ਮਿਲਿਆ ਸੀ। ਤੁਹਾਨੂੰ ਕਿਹੜੇ ਕਿਹੜੇ ਅਵਾਰਡ ਮਿਲੇ ਨੇ? ਮੈਨੂੰ ਦੇਖੋ ਜੀ, ਕਾਰਪੋਰੇਸ਼ਨ ਤੋਂ ਆਪਾਂ ਸ਼ੁਰੂਆਤ ਕਰੀਏ, ਕਾਰਪੋਰੇਸ਼ਨ ਲੈਵਲ ਮਿਲਿਆ, ਡਿਸਟ੍ਰਿਕਟ ਲੈਵਲ ਮਿਲਿਆ, ਸਟੇਟ ਲੈਵਲ ਮਿਲਿਆ, ਫਿਰ ਆਪਣਾ ਨੈਸ਼ਨਲ ਫਾਇਰ ਸਰਵਿਸ। ਲੇਕਿਨ 골ਡ ਮੈਡਲ ਕੋਈ ਲੈਣ ਵਾਲਾ ਹੋਇਆ? ਨਹੀਂ ਜੀ, ਅਜੇ ਤੱਕ ਤੇ ਚਲੋ ਮੈਨੂੰ ਹੀ ਇਹ ਮਿਲਿਆ। ਲਵਪ੍ਰੀਤ ਬਲੀਨਾ ਹੀ ਹਲੇ ਤੱਕ 골ਡ ਮੈਡਲਿਸਟ ਹੈ। ਹਾਂਜੀ ਹਾਂਜੀ, ਅਜੇ ਤੱਕ 골ਡ ਮੈਡਲ। ਚਲੋ ਜੀ, ਬਹੁਤ ਬਹੁਤ ਮੁਬਾਰਕ। ਸਰ ਇੱਕ ਤੁਹਾਡਾ ਪਰਸਨਲ ਐਕਸਪੀਰੀਅੰਸ ਫਾਇਰ ਲਾਈਨ ਦੇ ਵਿੱਚ ਹੁੰਦੇ ਹੋਏ, ਕਦੋਂ ਤੁਸੀਂ ਕੋਈ ਐਸਾ ਮੌਕਾ ਦੇਖਿਆ ਹੋਇਆ ਜਦੋਂ ਫਾਇਰ ਜਿਹੜੀ ਸੀ ਕਾਪੇ ਤੋਂ ਬਾਹਰ ਹੋ ਗਈ ਔਰ ਬਹੁਤ ਜਦੋਂ ਜਹਿਦ ਕਰਨੀ ਪਈ ਉਹਨੂੰ ਰੋਕਣ ਦੇ ਲਈ? ਦੇਖੋ ਇਸ ਤਰ੍ਹਾਂ, ਜਦੋਂ ਮੋਸਟਲੀ ਜਦੋਂ ਸ਼ਹਿਰ ਦੇ ਅੰਦਰ ਫਾਇਰ ਹੁੰਦੀ ਹੈ ਨਾ, ਛੋਟੀਆਂ ਗਲੀਆਂ 'ਚ, ਉਹ ਸਾਡੀ ਟਫੈਸਟ ਮੂਮੈਂਟ ਹੁੰਦੀ ਆ। ਕਿਉਂਕਿ ਅੱਜ ਕੱਲ੍ਹ ਜਿਹੜੇ ਬਾਹਰਲੇ ਸ਼ਹਿਰ ਦੇ ਹਬਸ ਨੇ, ਵੱਡੇ ਖੁੱਲੀਆਂ ਸੜਕਾਂ ਨੇ, ਵਾਟਰ ਟੈਂਡਰਸ ਮੂਵ ਕਰ ਸਕਦੇ ਆ। ਲਾਗੇ ਸਾਡੇ ਕੋਲ ਪਾਣੀ ਦਾ ਕੋਈ ਨਾ ਕੋਈ ਮਾਲ, ਕੋਈ 5 ਸਟਾਰ ਹੋਟਲ, ਕੋਈ ਵੱਡੀ ਫੈਕਟਰੀ, ਕੋਈ ਇਹੋ ਜਿਹਾ ਅਰੇਂਜਮੈਂਟ ਅਸੀਂ ਸਖਤੀ ਨਾਲ ਪਿਛਲੇ 2-3 ਸਾਲ ਤੋਂ ਆ ਕੇ ਮੈਂ ਇਹ ਕੰਮ ਦੇ ਉੱਤੇ, ਫਾਇਰ ਪ੍ਰੀਵੈਂਸ਼ਨ ਦੇ ਉੱਤੇ ਸਭ ਤੋਂ ਜ਼ਿਆਦਾ ਕੰਮ ਕੀਤਾ। ਮੈਨੂੰ ਪਤਾ ਸੀ ਫਾਇਰ ਸਰਵਿਸ ਤਾਂ ਚੱਲ ਹੀ ਰਹੀ ਆ ਵੀ ਉਹ ਫਾਇਰ ਬੁਝਾ ਰਹੇ ਨੇ, ਬਟ ਉਹਨਾਂ ਨੂੰ ਪ੍ਰੋਬਲਮ ਕਿੱਥੇ ਆਉਂਦੀ ਹੈ, ਜੇ ਸ਼ਹਿਰ ਤੋਂ 10 ਕਿਲੋਮੀਟਰ 'ਤੇ ਅੱਗ ਲੱਗ ਗਈ ਅਤੇ ਉਹ ਪਾਣੀ ਲੈਣ ਵਾਪਸ ਆਪਣੇ ਸਟੇਸ਼ਨ 'ਤੇ ਆਉਂਦੇ ਆ, ਜਦਕਿ ਇਨ ਬਿਟਵੀਨ ਜਿਹੜੀਆਂ ਬਿਲਡਿੰਗਸ ਸੀ,
ਜੋ ਉਹਨਾਂ ਦੇ ਫਾਇਰ ਪ੍ਰੀਵੈਂਸ਼ਨ ਨੋਰਮਸ ਸਨ ਹਾਈਡੈਂਟ, ਸਾਨੂੰ ਉੱਥੇ ਵਾਟਰ ਦੀ ਅਵੇਲੇਬਿਲਿਟੀ ਹੋਣੀ ਚਾਹੀਦੀ ਸੀ। ਉਹਦੇ ਉੱਤੇ ਮੈਨੂੰ ਬੜੀ ਸਟਰਗਲ ਕਰਨੀ ਪਈ ਸ਼ਹਿਰ ਦੇ ਵਿੱਚ, ਵੀ ਬੜਾ ਪ੍ਰੈਸ਼ਰਾਈਜ਼ ਵੀ ਹੋਣਾ ਪਿਆ। ਪਰ ਮੇਰੇ ਐਡਮਿਨਿਸਟ੍ਰੇਸ਼ਨ ਜਿਹੜੀ ਸੀ ਉਹਨੇ ਮੈਨੂੰ ਬਿਲਕੁਲ ਅਲਾਉ ਨਹੀਂ ਕੀਤਾ ਵੀ ਵਿਦਆਊਟ ਆਪਣਾ ਫਾਇਰ ਸੇਫਟੀ ਪ੍ਰੀਵੈਂਸ਼ਨ ਸਿਸਟਮ ਕੋਈ ਵੀ ਫਾਇਰ NOC ਜਾਰੀ ਹੋਵੇ। ਅਸੀਂ ਉਹਦੇ 'ਚ ਫਿਰ ਸਖਤੀ ਦੇ ਨਾਲ ਜਿਹੜਾ ਆ ਇਹ ਕੰਮ ਕਰਕੇ, ਤੇ ਅੱਜ ਮੇਰੇ ਕੋਲ ਜਿਹੜੀ ਲਿਸਟ ਆ ਉਸ ਹਿਸਾਬ ਨਾਲ 300 ਤੋਂ 400 ਬਿਲਡਿੰਗ ਸ਼ਹਿਰ ਦੀ ਇੱਦਾਂ ਦੀਆਂ ਜਿਸ ਤੋਂ ਈਜ਼ੀਲੀ ਇਹੀ ਪਾਣੀ ਲੈ ਸਕਦੇ ਆ, ਤੇ ਸਾਡੇ ਵਾਟਰ ਟੈਂਡਰ ਨੂੰ ਕਿਸੇ ਵੀ ਇਲਾਕੇ 'ਚੋਂ ਮੂਵ ਕਰਨ ਦੀ ਲੋੜ ਨਹੀਂ ਪੈਂਦੀ ਵਾਪਸ, ਉਹ ਉੱਥੇ ਹੀ ਪਾਣੀ ਲੈਂਦਾ। ਹੁਣ ਜਿਹੜੀ ਤੁਸੀਂ ਸਟਰਗਲਿੰਗ ਫਾਇਰ ਕਹੀ ਆ, ਸਟਰਗਲਿੰਗ ਫਾਇਰ ਹੁੰਦੀ ਜਦੋਂ ਸ਼ਹਿਰ ਦੇ ਕਿਸੇ ਗਲੀ ਦੇ ਅੰਦਰ ਛੋਟੀ ਜਗ੍ਹਾ ਦੇ ਉੱਤੇ ਜਿੱਥੇ ਵਾਟਰ ਟੈਂਡਰ ਨਹੀਂ ਪਹੁੰਚ ਸਕਦਾ, ਤੇ ਸਾਨੂੰ 10 ਜਾਂ 20 ਹੋਸ ਪਾਈਪ ਲਗਾ ਕੇ ਪਾਣੀ ਲੈ ਕੇ ਜਾਣਾ ਪੈਂਦਾ, ਤੇ ਉੱਥੇ ਗੱਡੀਆਂ ਵੀ ਨਹੀਂ ਵੜ ਸਕਦੀਆਂ, ਮੂਵ ਵੀ ਨਹੀਂ ਕਰ ਸਕਦੀਆਂ, ਕੰਮ ਵੀ ਨਹੀਂ ਕੀਤਾ ਜਾ ਸਕਦਾ, ਪਬਲਿਕ 300-400 ਇਕੱਠੀ ਹੋ ਜਾਂਦੀ ਹੈ। ਦੈਟ ਇਜ਼ ਅ ਮੋਸਟ ਡਿਫੀਕਲਟ। ਉਹ ਕਿੱਥੇ ਸੀਗੀ ਸਰ? ਅਲੱਗ-ਅਲੱਗ ਲੱਗਦੀਆਂ ਨੇ ਜੀ ਸ਼ਹਿਰ ਦੇ ਅੰਦਰ, ਜਦੋਂ ਗੋਲਡਨ ਟੈਂਪਲ ਲਾਗੇ ਕਿਤੇ ਲੱਗਦੀ ਹੈ, ਉਹ ਸਾਡੇ ਲਈ ਟਫੈਸਟ ਹੁੰਦੀਆਂ। ਇੱਕ ਲੁਧਿਆਣੇ ਦੀ ਤੁਸੀਂ ਫਾਇਰ ਦੀ ਗੱਲ ਕਰ ਰਹੇ ਸੀ। ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਸੀ ਵੀ ਲੁਧਿਆਣੇ 'ਚ ਗੋਲਾ ਪਲਾਸਟਿਕ ਦੇ ਵਿੱਚ ਫਾਇਰ ਹੋਈ ਸੀ, ਤੇ ਉਸ ਫਾਇਰ ਦੇ ਵਿੱਚ ਸਾਡੇ ਫਾਇਰ ਆਫੀਸਰਸ ਤੇ ਜਿਹੜੇ ਸਾਡੇ ਫਾਇਰਮੈਨ ਸਨ ਉਹ ਸ਼ਹੀਦ ਹੋ ਗਏ ਸਨ। ਤੇ ਉਹ ਇੱਕ ਬੜੀ ਹੀ, ਉਸ ਤੋਂ 3 ਮਹੀਨੇ ਪਹਿਲਾਂ ਇੱਕ ਫਾਇਰ ਹੋਈ ਸੀ ਜਿਸ 'ਚ ਸਰਦਾਰ ਹਜੂਰਾ ਸਿੰਘ ਤੇ ਉਹਨਾਂ ਦੇ ਨਾਲ 4 ਫਾਇਰਮੈਨ ਜਿਹੜੇ ਝੁਲਸ ਗਏ 50% ਤੋਂ ਉੱਪਰ। ਬੜੀ ਕ੍ਰਿਟੀਕਲ ਮੂਮੈਂਟ ਸੀ ਸਾਡੀ ਫਾਇਰ ਸਰਵਿਸ ਵਾਸਤੇ। ਉਦੋਂ ਫਿਰ ਉਸ ਕੇਸ ਦੇ ਵਿੱਚ ਜਿਹੜਾ ਗੋਲਾ ਪਲਾਸਟਿਕ ਵਾਲਾ ਕੇਸ ਸੀ, ਤੇ ਇਹਨਾਂ ਦੋਵਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਵੱਲੋਂ ਮਾਨਯੋਗ ਸਾਡੇ ਹੋਮ ਮਿਨਿਸਟਰ ਸ਼੍ਰੀ ਅਮਿਤ ਸ਼ਾਹ ਜੀ ਵੱਲੋਂ ਸਾਡੇ ਜਿਹੜੇ ਇੰਪਲੋਈਜ਼ ਸਨ, ਤੇ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਸਾਡੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ, ਉਹਨਾਂ ਵੱਲੋਂ ਇਹਨਾਂ ਦੀ ਰਿਕਮੈਂਡੇਸ਼ਨ ਕੀਤੀ ਗਈ ਸੀ, ਤੇ ਇਹਨਾਂ ਨੂੰ ਫਿਰ ਗਲੈਂਟਰੀ ਅਵਾਰਡ ਗਵਰਨਮੈਂਟ ਆਫ ਇੰਡੀਆ ਵੱਲੋਂ, ਜਿਹੜੇ ਕਿ ਉਦੋਂ ਸਾਨੂੰ 12 ਗਲੈਂਟਰੀ ਅਵਾਰਡ ਜਿਹੜੇ ਨੇ ਉਹ ਮਿਲੇ ਸਨ, ਤੇ ਇਹ ਮਿਲੇ ਵੀ ਨਾਗਪੁਰ ਦੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਸਨਮਾਨ ਦੇ ਕੇ ਉੱਥੇ ਕੀਤਾ ਗਿਆ ਸੀ। ਤੇ ਕੀ ਤੁਹਾਡੇ ਅੰਮ੍ਰਿਤਸਰ ਦੇ ਫਾਇਰਮੈਨ ਵੀ ਇਨਵੋਲਵ ਸਨ? ਜੀ ਹਾਂ, ਉਦੋਂ ਸਾਡੇ ਲੋਕਲ ਬਾਡੀ ਮਿਨਿਸਟਰ ਹੁੰਦੇ ਸੀ ਸ਼੍ਰੀ ਸਰਦਾਰ ਨਵਜੋਤ ਸਿੰਘ ਸਿੱਧੂ ਜੀ, ਉਹ ਉੱਥੇ ਉਹਨਾਂ ਦੇ ਘਰਾਂ 'ਚ ਵੀ ਗਏ ਸੀ। ਉਦੋਂ ਉਹਨਾਂ ਨੇ ਸਾਡੇ ਅੰਮ੍ਰਿਤਸਰ ਦੇ ਸ਼੍ਰੀ ਸ਼ਮੌਨ ਗਿੱਲ ਜੀ, ਸ਼੍ਰੀ ਰਜਿੰਦਰ ਸ਼ਰਮਾ ਜੀ, ਇਹ ਦੋਵੇਂ ਸਾਡੇ ਅੰਮ੍ਰਿਤਸਰ ਦੇ ਆਫੀਸਰਸ ਉਹਦੇ 'ਚ ਸ਼ਹੀਦ ਹੋਏ ਸਨ, ਤੇ ਸਰਦਾਰ ਹਜੂਰਾ ਸਿੰਘ ਜੀ ਜਿਹੜੇ ਉਹ 50% ਬਰਨ ਹੋਏ ਸਨ, ਤੇ ਉਦੋਂ ਹਸਪੀਟਲ ਵੀ ਗਏ ਸਨ ਉਹਨਾਂ ਨੂੰ ਮਿਲਣ ਵਾਸਤੇ। ਇਸ ਕੇਸ ਦੇ ਵਿੱਚ ਉਹਨਾਂ ਨੇ ਮਤਲਬ ਜੱਦੋਜਹਿਦ ਪੂਰੀ ਕੀਤੀ ਸੀ ਵੀ ਇਹਨਾਂ ਨੂੰ ਜਿਹੜਾ ਬਣਦਾ ਸਨਮਾਨ ਉਹ ਦਿੱਤਾ ਜਾਵੇ। ਲਵਪ੍ਰੀਤ ਜੀ, ਇੱਕ ਹੋਰ ਗੱਲ ਹੈ ਕਿ ਫਾਇਰ ਬ੍ਰਿਗੇਡ ਜਿਹੜੀ ਹੈ ਤੁਹਾਡੀ, ਇਹ ਫਾਇਰ ਬੁਝਾਉਣ ਦੇ ਇਲਾਵਾ ਹੋਰ ਕਿਹੜੇ ਕੰਮ ਕਰਦੀ ਹੈ? ਜਿਸ ਤਰ੍ਹਾਂ ਅਸੀਂ ਬੰਬੇ 'ਚ ਪੜ੍ਹ ਰਹੇ ਸੀਗੇ ਕਿ ਜਿਸ ਵੇਲੇ ਬਿਲਡਿੰਗਸ ਕੋਈ ਮਾੜੀਆਂ ਹੋ ਜਾਂਦੀਆਂ ਨੇ, ਢਹਿਣ ਵਾਲੀਆਂ ਹੁੰਦੀਆਂ ਨੇ, ਤਾਂ ਉਹਨੂੰ ਡਿਗਾਉਣ 'ਚ ਵੀ ਮਦਦ ਕਰਦੀ ਹੈ, ਔਰ ਕੋਈ ਫਸ ਜਾਂਦਾ ਹੈ, ਕੋਈ ਵੈਸੇ ਕੋਈ ਬੰਦਾ ਫਸ ਜਾਂਦਾ, ਉਹ ਨਿਕਲ ਨਹੀਂ ਸਕਦਾ, ਉਦੋਂ ਵੀ ਫਾਇਰ ਬ੍ਰਿਗੇਡ। ਕੀ ਤੁਸੀਂ ਵੀ ਇਸ ਤਰ੍ਹਾਂ ਦੇ? ਦੇਖੋ, ਫਾਇਰ ਦਾ ਅਸਲੀ ਤੁਸੀਂ ਦੇਖ ਲਓ, ਕਿਤੇ ਵੀ ਕਿਸੇ ਜਗ੍ਹਾ ਦੇਖੋ ਫਾਇਰ ਐਂਡ ਰੈਸਕਿਊ ਹੁੰਦਾ। ਅਸਲੀ ਜਿਹੜਾ ਮਤਲਬ ਹੈ, ਅਸੀਂ ਫਾਇਰ ਤੇ ਬੁਝਾਉਣੀ ਹੈ, ਜਦੋਂ ਰੈਸਕਿਊ ਕੋਈ ਕਾਰ 'ਚ ਕੋਈ ਫਸ ਗਿਆ, ਐਕਸੀਡੈਂਟ ਮਤਲਬ ਜੋ ਕੋਈ ਮੇਜਰ ਹੋ ਗਿਆ, ਕੋਈ ਹੋਰ ਰੈਸਕਿਊ, ਕੋਈ ਡਰੋਨਿੰਗ ਹੋ ਰਹੀ ਹੈ, ਕੋਈ ਮਤਲਬ ਕੋਈ ਡੁੱਬ ਗਿਆ, ਜਾਂ ਕੋਈ ਬਿਲਡਿੰਗ ਡਿੱਗ ਪੈਂਦੀ, ਉਹਦੇ ਥੱਲੇ ਲੋਕ ਆ ਜਾਂਦੇ ਨੇ, ਉਹਨਾਂ ਨੂੰ ਕੱਢਣਾ, ਉਹਨਾਂ ਨੂੰ ਸੇਵ ਕਰਨਾ। ਇਹ ਪਿਛਲੇ ਸਾਲ ਜਦੋਂ ਬਰਸਾਤਾਂ ਹੋਈਆਂ ਨੇ, ਤੇ ਤੁਹਾਨੂੰ ਪਤਾ ਹੀ ਹੋਣਾ ਕਾਫੀ ਬਿਲਡਿੰਗ 2-3 ਡਿੱਗੀਆਂ ਸ਼ਹਿਰ ਦੇ ਵਿੱਚ, ਤੇ ਮੇਰੇ ਸਟਾਫ ਨੇ ਬੜੀ ਜੱਦੋਜਹਿਦ ਦੇ ਨਾਲ ਇਹ ਨਵੇਂ ਇਕੁਇਪਮੈਂਟਸ ਯੂਜ਼ ਕਰਕੇ ਇਮੀਡੀਏਟ ਕਈ ਲੋਕਾਂ ਦੀ ਜਾਨ ਬਚਾਈ। ਇਹ ਗੱਲ ਮਤਲਬ ਰੈਸਕਿਊ ਦਾ ਕੰਮ ਵੀ ਤੁਹਾਡੇ? ਬਿਲਕੁਲ ਜੀ, ਸਭ ਤੋਂ ਪਹਿਲਾਂ ਸਾਨੂੰ ਆਉਂਦਾ ਰੈਸਕਿਊ ਦਾ ਕੰਮ। ਅਸੀਂ ਸਭ ਤੋਂ ਪਹਿਲਾਂ ਉੱਥੇ ਪਹੁੰਚ ਕੇ ਤੇ ਨਾਲ ਰੈਸਕਿਊ ਟੀਮ। ਮੈਂ ਇੱਥੇ ਸੇਵਾ ਸਮਤੀ ਫਾਇਰ ਬ੍ਰਿਗੇਡ ਦਾ ਵੀ ਧੰਨਵਾਦ ਕਰਾਂਗਾ, ਖੰਨਾ ਪੇਪਰ ਮਿਲ ਦਾ ਧੰਨਵਾਦ ਕਰਾਂਗਾ, ਉਹਨਾਂ ਕੋਲ ਫਾਇਰ ਸਰਵਿਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਾਂਗਾ, ਉਹਨਾਂ ਕੋਲ ਫਾਇਰ ਸਰਵਿਸ ਹੈ। ਏਅਰਪੋਰਟ, ਏਅਰਫੋਰਸ, ਇਹ ਉਹ ਟੀਮਸ ਨੇ, ਰਾਧਾ ਸੁਆਮੀ ਸਤਸੰਗ ਬਿਆਸ ਜਿਹੜਾ ਹੈ, ਉਹਨਾਂ ਕੋਈ ਫਾਇਰ ਟੈਂਡਰ। ਸਾਨੂੰ ਜਦੋਂ ਜ਼ਿਲ੍ਹੇ 'ਚ ਲੋੜ ਪੈਂਦੀ ਹੈ ਤੇ ਮੇਜਰ ਫਾਇਰ ਕਾਲਸ 'ਤੇ ਉਹ 1 ਮਿੰਟ 'ਚ ਸਾਡੇ ਨਾਲ ਸਾਥ ਦਿੰਦੇ, ਭਾਵੇਂ 2 ਦਿਨ ਲੱਗ ਜਾਣ। ਬਹੁਤ ਅੱਛਾ ਜੀ। ਚਲੋ ਸਰ, ਅੱਜ ਅਸੀਂ ਗੱਲਬਾਤ ਕੀਤੀ ਦਰਸ਼ਕੋ ਸ਼੍ਰੀ ਲਵਪ੍ਰੀਤ ਸਿੰਘ ਜੀ ਨਾਲ, ਜਿਨ੍ਹਾਂ ਨੇ ਸਾਨੂੰ ਬੜੇ ਵਿਸਤਾਰ ਦੇ ਵਿੱਚ ਫਾਇਰ ਬ੍ਰਿਗੇਡ ਦੇ ਕੰਮ, ਖਾਲੀ ਸਿਰਫ ਅੱਗ ਬੁਝਾਉਣਾ ਹੀ ਨਹੀਂ ਹੈ, ਹੋਰ ਵੀ ਕੋਈ ਆਪਦਾ ਆਏ, ਹੋਰ ਵੀ ਕੋਈ ਕਲੈਮਿਟੀ ਆਏ, ਤੇ ਇਹ ਹਰ ਵਕਤ ਉਸ ਨੂੰ ਬੁਝਾਉਣ ਦੇ ਲਈ ਤਿਆਰ ਰਹਿੰਦੇ ਨੇ। ਅੱਜ ਵਕਤ ਬਦਲ ਗਿਆ ਹੈ, ਅੱਜ ਲੋਕਾਂ ਨੂੰ ਆਪਣੇ ਆਪ ਜਾਗਰੂਕ ਹੋਣਾ ਬੜਾ ਜ਼ਰੂਰੀ ਹੈ। ਕੋਵਿਡ ਦੇ ਦੌਰਾਨ ਇਹਨਾਂ ਨੇ ਕੰਮ ਕੀਤਾ, ਔਰ ਇਹਨਾਂ ਦੇ ਕਈ ਬੰਦੇ ਜਿਹੜੇ ਆਪਣੇ ਆਪ ਕਰੋਨਾ ਦੇ ਵਿੱਚ ਫਸ ਗਏ, ਔਰ ਕੁਝ ਲੋਕ ਸ਼ਹੀਦ ਹੋਏ। ਅੱਜ ਫਾਸਟਵੇ ਉਹ ਸਾਰੇ ਜਿਹੜੇ ਸ਼ਹੀਦ ਹੋਏ ਉਹਨਾਂ ਨੂੰ ਨਮਨ ਕਰਦਾ ਹੈ, ਔਰ ਜਿਨ੍ਹਾਂ ਨੇ ਅੰਤ ਤੱਕ ਇਸ ਦੇ ਵਿੱਚ ਮਿਹਨਤ ਕੀਤੀ ਔਰ ਕੰਮ ਕਰਕੇ ਲੋਕਾਂ ਦੀ ਜਾਨ ਨੂੰ ਬਚਾਇਆ, ਉਹਨਾਂ ਲਈ ਵੀ ਸਲਾਮ ਕਰਦਾ ਹੈ।
ਲਵਪ੍ਰੀਤ ਜੀ, ਤੁਹਾਡਾ ਸਾਡੇ ਕੋਲ ਆਉਣ ਲਈ ਬਹੁਤ-ਬਹੁਤ ਸ਼ੁਕਰੀਆ। ਮੈਂ ਚਾਹਾਂਗਾ ਤੁਸੀਂ ਇੱਕ ਆਖਰੀ ਆਪਣੇ ਵੱਲੋਂ ਇੱਕ ਸੰਦੇਸ਼ ਦਿਓ ਦਰਸ਼ਕਾਂ ਦੇ ਲਈ। ਦੇਖੋ, ਸ਼ਹਿਰ ਵਾਸੀਆਂ ਨੂੰ ਮੈਂ ਇੱਕੋ ਹੀ ਸੰਦੇਸ਼ ਦੇਵਾਂਗਾ ਸਭ ਤੋਂ ਪਹਿਲਾਂ, ਵੀ ਜਦੋਂ ਵੀ ਕੋਈ ਫਾਇਰ ਹੁੰਦੀ ਹੈ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਨੂੰ ਬੁਲਾਓ। ਫਾਇਰ ਬ੍ਰਿਗੇਡ ਨੂੰ ਤੁਸੀਂ ਇਨਫੋਰਮ ਕਰੋਗੇ, ਉਹ ਤੁਹਾਡੀ ਸੇਵਾ 'ਚ ਹਰ ਵੇਲੇ ਹਾਜ਼ਰ ਹੈ 24 ਆਵਰਸ। ਪਹਿਲੀ ਗੱਲ। ਦੂਸਰੀ ਗੱਲ, ਜਦੋਂ ਵੀ ਤੁਸੀਂ ਕੋਈ ਬਿਲਡਿੰਗ ਬਣਾਉਂਦੇ ਹੋ ਉਹਦੇ 'ਚ ਫਾਇਰ ਨੋਰਮਸ ਨੂੰ ਪੂਰਾ ਕਰੋ। ਜੇ ਤੁਸੀਂ ਫਾਇਰ ਨੋਰਮਸ ਨਹੀਂ ਪੂਰਾ ਕਰੋਗੇ, ਅੱਜ ਦੇਖੋ ਕਿੰਨੀ ਮਹਿੰਗਾਈ ਹੈ, ਹਰ ਚੀਜ਼ ਮਹਿੰਗੀ ਮਿਲਦੀ ਹੈ। ਬਿਲਡਿੰਗ ਕੰਸਟਰਕਸ਼ਨ ਜਿਹੜੀ ਹੈ ਕੋਈ ਇੰਨੀ ਸਸਤੀ ਨਹੀਂ। ਕੋਈ ਆਪਣੇ ਚਾਅ ਨਾਲ ਰੈਸਟੋਰੈਂਟ ਹੋਟਲ ਬਣਾਉਂਦਾ ਜਾਂ ਕੋਈ ਫੈਕਟਰੀ ਬਣਾਉਂਦਾ ਆਪਣੇ ਵਾਸਤੇ, ਉਹ ਇੱਕ ਕਮੀ ਕਰ ਜਾਂਦਾ ਉਹਦੇ 'ਚ, ਵੀ ਫਾਇਰ ਸਰਵਿਸ ਦਾ ਜਿਹੜਾ ਸਿਸਟਮ ਹੈ ਉਹਨੂੰ ਪੂਰਾ ਐਪਰੋਪ੍ਰੀਏਟ ਨਹੀਂ ਕਰਦਾ। ਉਹਦੇ 'ਚ ਫਿਰ ਜਦੋਂ ਨੁਕਸਾਨ ਹੁੰਦਾ ਤੇ ਭਾਰੀ ਹੁੰਦਾ, ਉਹਦੇ ਲਈ ਵੱਡੀ ਮੁਸ਼ਕਿਲ ਆ ਜਾਂਦੀ ਹੈ। ਬਾਕੀ ਮੈਂ ਇਹ ਵੀ ਕਹਾਂਗਾ ਵੀ ਜਦੋਂ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਹੈ, ਉਹ ਕੋਈ ਕਿਤੇ ਫਾਇਰ ਬ੍ਰਿਗੇਡ ਵਾਲੇ ਘੁੰਮਣ ਨਹੀਂ ਜਾ ਰਹੇ, ਉਹ ਤੁਹਾਡੀ ਸੇਫਟੀ ਲਈ ਜਾ ਰਹੇ। ਉਹਨਾਂ ਨੂੰ ਉਸੇ ਵੇਲੇ ਰਸਤਾ ਦਿਓ। ਰਸਤੇ ਤੋਂ ਟ੍ਰੈਫਿਕ ਤੋਂ ਬੜੀ ਮੁਸ਼ਕਿਲ ਆਉਂਦੀ ਹੈ ਸਾਨੂੰ। ਇੱਕ ਉਹਨਾਂ ਨੂੰ ਐਡਰੈਸ ਆਪਣਾ ਪੂਰਾ ਦਿਓ, ਫਲਾਣੇ ਸਪੌਟ 'ਤੇ ਅੱਗ ਲੱਗੀ ਆ, ਐਡਰੈਸ 'ਚ ਕਮੀ ਆਏਗੀ ਤੇ ਉਹ ਜਿਹੜਾ ਡਿਲੇ ਹੋਏਗਾ। ਤੇ ਮੈਂ ਇਹੀ ਕਹਿਣਾ ਚਾਹਾਂਗਾ ਸ਼ਹਿਰ ਵਾਸੀਆਂ ਨੂੰ ਵੀ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ, ਸਾਨੂੰ ਪੁਲਿਸ ਦੇ ਸਹਿਯੋਗ ਦੀ ਬਹੁਤ ਲੋੜ ਹੈ। ਮੈਂ ਧੰਨਵਾਦ ਕਰਾਂਗਾ ਕਮਿਸ਼ਨਰ ਪੁਲਿਸ ਦਾ, ਉਹਨਾਂ ਦਾ, ਮਾਨਯੋਗ DC ਸਾਹਿਬ ਦਾ। ਉਹਨਾਂ ਨੇ ਸਾਡਾ ਇਹਨਾਂ ਕੰਮਾਂ ਦੇ ਵਿੱਚ ਬਹੁਤ ਸਾਥ ਦਿੱਤਾ। ਮੈਂ ਇੱਥੇ ਇਹ ਵੀ ਦੱਸਾਂਗਾ ਤੁਹਾਨੂੰ, ਆਉਣ ਵਾਲੇ ਸਮੇਂ 'ਚ ਅੰਮ੍ਰਿਤਸਰ ਫਾਇਰ ਬ੍ਰਿਗੇਡ ਸਭ ਤੋਂ ਹਾਈਟੈਕ ਫਾਇਰ ਬ੍ਰਿਗੇਡ ਜੇ। ਯੂਨੀਫਾਰਮਸ ਪੱਖੋਂ, ਇਕਵਿਪਮੈਂਟਸ ਪੱਖੋਂ, ਗੱਡੀਆਂ ਪੱਖੋਂ ਮਾਨਯੋਗ ਹਾਊਸ ਨੇ ਸਾਨੂੰ 4 ਨਵੇਂ ਫਾਇਰ ਸਟੇਸ਼ਨ ਅਪਰੂਵ ਕਰ ਦਿੱਤੇ ਨੇ। CEO ਸਾਡੇ ਜਿਹੜੇ ਨੇ ਸਮਾਰਟ ਸਿਟੀ, ਉਹਨਾਂ ਵੱਲੋਂ ਹਾਈਡ੍ਰੋਲਿਕ ਪਲੇਟਫਾਰਮ ਜਿਹੜੀ ਗੱਡੀ ਕੇ 150 ਫੁੱਟ ਤੱਕ ਜਾਂਦੀ ਹੈ, ਇੰਡੀਆ ਦੀ ਟੌਪ ਦੀ ਗੱਡੀ ਜਿਹੜੀ ਹੈ ਉਹ ਸਾਡੀ ਬਣੇਗੀ ਤੇ ਉਹ ਵੀ ਸਾਨੂੰ ਮਿਲੇਗੀ। ਮਾਨਯੋਗ ਮੇਅਰ ਸਾਹਿਬ ਦੇ ਇਹਦੇ ਵਿੱਚ ਬਹੁਤ ਵੱਡਾ ਇਹਦਾ ਸੰਯੋਗ ਹੈ ਸਾਨੂੰ। ਤੇ ਮੈਂ ਇਹ ਵੀ ਬੇਨਤੀ ਕਰਾਂਗਾ ਵੀ ਜਿੱਦਾਂ ਮਜੀਠਾ ਹਲਕਾ ਸਾਡੇ ਅੰਡਰ ਆਉਂਦਾ, ਜਾਂ ਜ਼ਿਲ੍ਹੇ ਦੇ ਅਜਨਾਲਾ ਆਉਂਦਾ, ਰਾਜਾ ਸਾਂਸੀ ਆਉਂਦਾ, ਇਹਨਾਂ ਇਲਾਕਿਆਂ 'ਚ ਵੀ ਜਦੋਂ ਅੱਗ ਲੱਗਦੀ ਹੈ ਤਾਂ ਫਾਇਰ ਸਰਵਿਸ ਅੰਮ੍ਰਿਤਸਰ ਤੋਂ ਹੀ ਜਾਂਦੀ ਹੈ ਬਿਆਸ ਤੱਕ। ਅਸੀਂ ਤਰਨਤਾਰਨ ਦੇ ਵਿੱਚ ਇੱਕ ਫਾਇਰ ਸਟੇਸ਼ਨ ਹੈਗਾ ਉਹਨਾਂ ਦਾ, ਬਟ ਮੇਜਰ ਜਦੋਂ ਕਾਲਸ ਹੁੰਦੀਆਂ ਨੇ 10-12 ਇਕੱਠੀਆਂ, ਤੇ ਅੰਮ੍ਰਿਤਸਰ ਫਾਇਰ ਬ੍ਰਿਗੇਡ ਕਰਦਾ। ਮੈਂ ਇਹਦੇ 'ਚ ਵੀ ਸਾਰੇ MLAs ਨੂੰ ਇਹ ਬੇਨਤੀ ਕਰਾਂਗਾ ਵੀ ਬਹੁਤ ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ, ਬਿਕੋਜ਼ ਸਾਡੇ ਕੋਲ ਲਿਮਟਿਡ ਸੋਰਸਿਸ ਨੇ। ਅਸੀਂ ਉਹਨਾਂ ਸੋਰਸਿਸ ਨਾਲ ਕੰਮ ਕਰ ਰਹੇ ਹਾਂ। ਤੇ ਇਸ ਲਈ ਹੁਣ ਜਿੱਦਾਂ ਮਜੀਠੇ 'ਚ ਪਿੱਛੇ ਜੇ ਬਹੁਤ ਵੱਡੀ ਅੱਗ ਲੱਗੀ ਸੀ ਇੱਕ ਤੂੜੀ ਨੂੰ, ਤੇ ਉਹ ਕਾਫੀ ਉਹਦੇ 'ਚ ਸੇਫਟੀ ਕਰਨੀ ਪਈ। ਤੇ ਮੈਂ ਇਹ ਵੀ ਬੇਨਤੀ ਕਰਾਂਗਾ ਵੀ ਸਾਰੇ ਆਫੀਸਰ ਸਾਡੇ ਨਾਲ ਸਹਿਯੋਗ ਕਰਨ, ਹਾਇਰ ਅਥਾਰਟੀਜ਼ ਕਰਨ, ਤਾਂ ਹੀ ਇਹ ਸਿਸਟਮ ਚੱਲ ਸਕਦਾ। ਥੈਂਕ ਯੂ ਸਰ ਲਵਪ੍ਰੀਤ ਜੀ, ਬਹੁਤ-ਬਹੁਤ ਧੰਨਵਾਦ। ਦਰਸ਼ਕੋ, ਐਸਾ ਹੀ ਅੱਜ ਫਾਇਰ ਬ੍ਰਿਗੇਡ ਦੇ ਨਾਲ ਜੁੜਿਆ ਇੱਕ ਫਰੰਟ ਲਾਈਨਰ, ਜਿਸ ਨੇ ਆਪ ਔਰ ਉਸਦੇ ਬੰਦਿਆਂ ਨੇ ਮਿਲ ਕੇ ਸ਼ਹਿਰ ਨੂੰ ਬਚਾਉਣ ਦਾ ਕੰਮ ਕੀਤਾ। ਅੱਜ ਪਹਿਲੀ ਵਾਰੀ ਹੈ ਕਿ ਫਾਸਟਵੇ ਇਹਨਾਂ ਦੇ ਘਰ ਆਇਆ ਸੀ, ਔਰ ਇਹਨਾਂ ਦੇ ਘਰ ਆ ਕੇ ਸਿਰਫ ਪਰਪਸ ਇੱਕੋ ਹੀ ਸੀਗਾ ਕਿ ਤੁਹਾਨੂੰ ਰੂਬਰੂ ਕਰਾਇਆ ਜਾਏ ਕਿਸ ਪ੍ਰਕਾਰ ਇਹਨਾਂ ਨੇ ਮੈਡਲ ਔਰ ਕਿੰਨਾ ਸਿੰਪਲ ਤਰੀਕੇ ਨਾਲ ਰਹਿ ਰਹੇ ਨੇ, ਔਰ ਇਸ ਦੇ ਬਾਵਜੂਦ ਉਹ ਆਪਣੇ ਦੇਸ਼ ਦੀ ਸੇਵਾ, ਆਪਣੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਕੋਈ ਕਮੀ ਨਹੀਂ ਛੱਡਦੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅਗਲੀ ਵਾਰੀ ਫਿਰ ਅਸੀਂ ਤੁਹਾਡੀ ਇੱਕ ਨਵੀਂ ਸ਼ਖਸੀਅਤ ਦੇ ਨਾਲ ਹਾਜ਼ਰ ਹੋਵਾਂਗੇ। ਜੈ ਹਿੰਦ।